ਵਾਰਾਂ ਭਾਈ ਗੁਰਦਾਸ ਜੀ ਵਾਰ 18ਵੀਂ ਪੌੜੀ 21ਵੀਂ। ਪੌੜੀ ਗੁਰਮੁਖ ਹਉਮੈ ਪਰ ਹਰਾ ਮਨ ਭਾਵੈ ਖਸਮੈ ਦਾ ਭਾਣਾ ਪੈਰੀ ਪੈ ਪਾ ਖਾਕ ਹੋਏ ਦਰਗਹਿ ਪਾਵੈ ਮਾਨ ਨਿਮਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਗੁਰਮੁਖ ਹਉਮੈ ਪਰ ਹਰਾ ਮਨ ਭਾਵੈ ਖਸਮੈ ਦਾ ਭਾਣਾ। ਭਾਈ ਗੁਰਦਾਸ ਜੀ 21ਵੀਂ ਪੌੜੀ ਦੇ ਵਿੱਚ ਹੁਣ ਗੁਰਮੁਖਾਂ ਦਾ ਜੀਵਨ ਦੱਸਦੇ ਹਨ। ਗੁਰਮੁਖ ਕਿਸ ਤਰ੍ਹਾਂ ਇਹ ਸੰਸਾਰ ਵਿੱਚ ਰਹਿੰਦੇ ਹਨ, ਕਿਉਂਕਿ ਪਹਿਲਾ ਇੱਕ ਰੂਲ ਹੈ, ਜੋ ਵੀ ਆਪਾਂ ਇੱਥੇ ਆਏ ਹਾਂ ਦੁਨੀਆ ਦੇ ਵਿੱਚ ਪ੍ਰਾਲਬੱਧ ਕਰਮ ਭੁਗਤਣ ਵਾਸਤੇ ਆਪਾਂ ਆਏ ਹਾਂ। ਇਸ ਕਰਕੇ ਜੋ ਵੀ ਕੁਝ ਆਪਾਂ ਨੂੰ ਇਹ ਜੀਵਨ ਵਿੱਚ ਆਪਾਂ ਨੂੰ ਮਿਲਣਾ ਗਵਾਉਣਾ ਜੋ ਕੁਝ ਹੋਣਾ ਹੈ ਉਹ ਸਾਰਾ ਪ੍ਰੀ ਡੈਸਟੀਨ ਹੈ, ਪਹਿਲਾਂ ਹੀ ਲਿਖਿਆ ਹੋਇਆ ਹੈ। ਸੋ ਮਰਨ ਲਿਖਾਏ ਮੰਡਲ ਮੈਂ ਆਏ, ਦੇਖੋ ਮਰਨਾ ਵੀ ਲਿਖਾ ਕੇ ਹੀ ਆਏ ਹਾਂ। ਇਸ ਕਰਕੇ ਸਭ ਕੁਝ ਜਿਹੜਾ ਪ੍ਰੀ ਡਿਟਰਮਿਨ ਹੈ। ਪਰ ਹੁਣ ਇੱਕ ਗੱਲ ਹੈ, ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਨਾ, ਜਿਨ੍ਹਾਂ ਨੂੰ ਗੁਰੂ ਮਹਾਰਾਜ ਕਿਰਪਾ ਕਰਕੇ ਆਪਣੇ ਚਰਨੀ ਲਾਉਂਦਾ ਹੈ, ਆਪਣੀ ਸਿੱਖੀ ਨੂੰ ਬਖਸ਼ਦਾ ਹੈ, ਉਹਨਾਂ ਦਾ ਜੀਵਨ ਜਿਹੜਾ ਹੈ ਬਹੁਤ ਜਿਹੜਾ ਹੈ ਸੁਖਦਾਈ ਹੋ ਜਾਂਦਾ ਹੈ। ਉਹਨਾਂ ਦੇ ਜੀਵਨ ਵਿੱਚ ਸੁਖੇ ਸੁਖ ਆਨੰਦ ਹੀ ਆਨੰਦ ਹੁੰਦੇ ਹਨ। ਭਾਵੇਂ ਪ੍ਰਾਲਬੰਧ ਕੰਮ ਜਿਹੜੇ ਕੈਸੇ ਵੀ ਹੋਣ, ਉਹ ਕੈਸੇ ਵੀ ਉਹਨੂੰ ਭੁਗਤਿਆ ਜਾਵੇ, ਉਹ ਵੱਖਰੀ ਗੱਲ ਹੈ। ਪਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਉਹ ਜੀਵਨ ਖੁਸ਼ਹਾਲ ਹੋ ਜਾਂਦਾ ਹੈ ਤੇ ਜੀਵਨ ਗੁਰਮੁਖਾਂ ਦਾ ਅਲੇਪਤਾ ਵਿੱਚ ਰਹਿੰਦੇ ਹਨ। ਉਹਨਾਂ ਨੂੰ ਕੋਈ ਚੀਜ਼ ਦਾ ਜਿਹੜਾ ਹੈ ਲਗਾਓ ਨਹੀਂ ਹੁੰਦਾ, ਉਹ ਕਿਸੇ ਚੀਜ਼ ਨਾਲ ਅਟੈਚ ਨਹੀਂ ਹੁੰਦੇ। ਉਹਨਾਂ ਨੂੰ ਜਿਹੜਾ ਹੈ ਉਹ ਹਮੇਸ਼ਾ ਹੀ ਪਰਮੇਸ਼ਰ ਦੀ ਭਗਤੀ ਵਿੱਚ, ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੀ ਬਾਣੀ ਦਾ ਪ੍ਰੇਮ ਜਿਹੜਾ ਹੈ ਉਹੀ ਉਹਨਾਂ ਦੇ ਹਿਰਦਿਆਂ ਵਿੱਚ ਗੁਰੂ ਦਾ ਸਰੂਪ ਵਸਿਆ ਰਹਿੰਦਾ ਹੈ। ਸੋ ਉਹ ਗੁਰਮੁਖਾਂ ਦੇ ਜੀਵਨ ਬਾਰੇ ਦੱਸਦੇ ਹਨ ਭਾਈ ਗੁਰਦਾਸ ਜੀ। ਦੇਖੋ ਵੀ ਉਹਨਾਂ ਦਾ ਜੀਵਨ ਜਿਹੜਾ ਹੈ ਕੈਸਾ ਸੁੰਦਰ ਹੁੰਦਾ ਹੈ। ਗੁਰਮੁਖ ਹਉਮੈ ਪਰ ਹਰਾ। ਦੇਖੋ ਪਹਿਲੀ ਗੱਲ ਹੈ, ਗੁਰਮੁਖਾਂ ਨੇ ਸਭ ਤੋਂ ਵੱਡੀ ਬਿਮਾਰੀ ਜੋ ਹਉਮੈ ਹੈ, ਹਉਮੈ ਜਿਹੜਾ ਹੈ ਰੋਗ ਜਿਹੜਾ ਹੈ, ਇਹਨੂੰ ਦੀਰਘ ਰੋਗ ਮੰਨਿਆ ਹੈ। ਸੋ ਇਹ ਦੀਰਘ ਰੋਗ ਬਹੁਤ ਭੈੜਾ ਰੋਗ, ਬਹੁਤ ਡੂੰਘਾ ਰੋਗ। ਇਹ ਰੋਗ ਐਸਾ ਜਿਹੜਾ ਜਨਮਾਂਤਰਾਂ ਤੋਂ ਆਪਾਂ ਆਪਣੇ ਨਾਲ ਲੈ ਕੇ ਆਉਂਦੇ ਹਾਂ। 84 ਲੱਖ ਜੂਨ ਦੇ ਵਿੱਚ ਦਾ ਕਾਰਨ ਵੀ ਇੱਕ ਇਹ ਹਉਮੈ ਹੀ ਹੈ। ਹਉਮੈ ਕਰਕੇ ਆਪਾਂ ਮੁੜ ਕੇ ਜੰਮਦੇ ਤੇ ਮਰਦੇ ਰਹਿੰਦੇ ਹਾਂ। ਇਹ ਹਉਮੈ ਦਾ ਰੋਗ ਜਿਹੜਾ ਹੈ ਬਹੁਤ ਵੱਡਾ ਹੈ। ਸਭ ਤੋਂ ਪਹਿਲਾਂ ਗੁਰਮੁਖਾਂ ਨੇ ਜਿਹੜਾ ਹੈ ਇਹ ਹਉਮੈ ਨੂੰ ਦੂਰ ਕੀਤਾ। ਕਿਵੇਂ ਦੂਰ ਕਰ ਲਿਆ? ਗੁਰੂ ਦੇ ਉਪਦੇਸ਼ ਨਾਲ, ਗੁਰੂ ਦੀ ਬਾਣੀ ਨੂੰ ਮੰਨਣ ਕਰਕੇ, ਉਹਦੇ ਉੱਤੇ ਆਪਣਾ ਜੀਵਨ ਢਾਲਣ ਕਰਕੇ, ਗੁਰੂ ਨੂੰ ਆਪਣਾ ਗੁਰੂ ਮੰਨ ਕੇ, ਗੁਰੂ ਨਾਲ ਪ੍ਰੇਮ ਕਰਕੇ ਹਉਮੈ ਉਹਨਾਂ ਦੀ ਦੂਰ ਹੋ ਗਈ। ਮਨ ਭਾਵੈ ਖਸਮੈ ਦਾ ਭਾਣਾ। ਦੇਖੋ ਹਮੇਸ਼ਾ ਹੀ ਮਨ ਦੇ ਵਿੱਚ ਇੱਕੋ ਇੱਛਾ ਰਹਿੰਦੀ ਹੈ ਕਿ ਹੇ ਗੁਰੂ ਸਾਹਿਬ ਜੀ, ਮੈਨੂੰ ਪਰਮੇਸ਼ਰ ਦੇ ਭਾਣੇ ਵਿੱਚ ਰੱਖਿਓ, ਮੈਨੂੰ ਉਹ ਜਿਹੜੀ ਤਾਕਤ ਬਖਸ਼ਿਓ ਜਿਹਦੇ ਕਰਕੇ ਮੈਂ ਹੁਕਮ ਵਿੱਚ ਰਵਾਂ, ਮੈਂ ਹੁਕਮ ਤੋਂ ਬਾਹਰ ਨਾ ਹੋਵਾਂ। ਮੈਨੂੰ ਖਸਮ ਪਰਮਾਤਮਾ ਦਾ ਹੁਕਮ ਹੀ ਚੰਗਾ ਲੱਗੇ, ਮੈਂ ਉਹ ਹੁਕਮ 'ਚ ਰਹਿਣਾ ਮੈਂ ਸਿੱਖ ਲਵਾਂ, ਮੈਂ ਹੱਸ ਹੱਸ ਕੇ ਉਹ ਹੁਕਮ 'ਚ ਰਵਾਂ, ਖੁਸ਼ ਹੋ ਕੇ ਹੁਕਮ 'ਚ ਰਵਾਂ। ਭਾਵੇਂ ਉਹ ਮੇਰੇ ਵਾਸਤੇ ਚੰਗਾ ਹੋਵੇ ਚਾਹੇ ਮੇਰੇ ਵਾਸਤੇ ਨਾ ਵੀ ਚੰਗਾ ਹੋਵੇ, ਪਰ ਮੈਂ ਹੁਕਮ ਵਿੱਚ ਰਹਿਣਾ ਹੈ, ਕਿਉਂਕਿ ਸਰਬੰਧ ਆਪਣਾ ਹੁਕਮ ਦੇ ਨਾਲ ਹੈ। ਇਸੇ ਤਰ੍ਹਾਂ ਹੀ ਆ ਨਾ, ਜਦੋਂ ਬੰਦਾ ਫੋਕਸ ਹੁੰਦਾ ਹੈ ਨਾ, ਉਹਦੀ ਜਿਹੜੀ ਹਨ ਧਿਆਨ ਇੱਕ ਗੱਲ 'ਤੇ ਜੁੜ ਜਾਂਦਾ ਹੈ। ਜਿਵੇਂ ਇੱਕ ਬੱਚਾ ਪੜ੍ਹਾਈ ਕਰਦਾ ਹੈ, ਪੜ੍ਹਾਈ ਭਾਵੇਂ ਔਖੀ ਹੋਵੇ ਭਾਵੇਂ ਸੌਖੀ ਹੋਵੇ, ਭਾਵੇਂ ਉਹ ਲੰਮੇ ਸਮੇਂ ਤੱਕ ਹੋਵੇ ਭਾਵੇਂ ਛੋਟੇ ਸਮੇਂ ਤੱਕ ਹੋਵੇ, ਭਾਵੇਂ ਉਹਦੇ ਵਿੱਚ ਐਗਜ਼ਾਮ ਹੋਣ, ਥਿਊਰੀ ਹੋਵੇ, ਪ੍ਰੈਕਟੀਕਲ ਹੋਵੇ, ਜੋ ਮਰਜ਼ੀ ਹੋਵੇ, ਜਿਹੜੇ ਬੱਚੇ ਨੇ ਆਪਣਾ ਧਿਆਨ ਉਸ ਪੜ੍ਹਾਈ ਦੇ ਜਿਹੜਾ ਹਨ ਫੋਕਸ ਕੀਤਾ ਹੈ ਕਿ ਮੈਂ ਪੂਰੀ ਕਰਨੀ ਹੈ, ਉਹਨੂੰ ਕੀ ਫਰਕ ਪੈਂਦਾ ਹੈ, ਚਾਹੇ ਔਖੀ ਹੋਵੇ ਚਾਹੇ ਸੌਖੀ ਹੋਵੇ, ਚਾਹੇ ਲੰਮੇ ਸਮੇਂ ਜਾਂ ਘੱਟ ਸਮੇਂ ਵਿੱਚ ਹੋਵੇ, ਉਹਨੇ ਫੋਕਸ ਕੀਤਾ ਕਿ ਮੈਂ ਇਹ ਪੜ੍ਹਾਈ ਨੂੰ ਮੁਕੰਮਲ ਕਰਨਾ ਹੈ। ਇਸੇ ਤਰ੍ਹਾਂ ਹੀ ਸਿੱਖ ਦਾ ਜੀਵਨ ਜਿਹੜਾ ਹੈ ਨਾ, ਉਹ ਹਮੇਸ਼ਾ ਹੀ ਜਿਹੜਾ ਭਾਣੇ ਨੂੰ ਮੰਨਣ ਵਿੱਚ, ਗੁਰੂ ਦੇ ਹੁਕਮ ਵਿੱਚ ਰਹਿਣ ਵਿੱਚ ਹੀ ਲੱਗਿਆ ਰਹਿੰਦਾ ਹੈ। ਇਸ ਕਰਕੇ ਉਹਨਾਂ ਨੂੰ ਦੁਨੀਆ ਦੇ ਦੁੱਖ ਸੁੱਖ ਬਹੁਤਾ ਸਤਾਉਂਦੇ ਨਹੀਂ, ਉਹਨਾਂ ਨੂੰ ਜਿਹੜਾ ਹਨ ਦੁੱਖ ਦੁਖੀ ਨਹੀਂ ਕਰਦੇ, ਸੁੱਖ ਉਹਨਾਂ ਨੂੰ ਬਹੁਤਾ ਸੁਖੀ ਵੀ ਨਹੀਂ ਕਰਦੇ। ਉਹ ਹਮੇਸ਼ਾ ਇੱਕ ਅਵਸਥਾ ਵਿੱਚ ਰਹਿੰਦੇ ਹਨ। ਪੈਰੀ ਪੈ ਪਾ ਖਾਕ ਹੋਏ। ਦੇਖੋ ਸਿੱਖ ਦੀ ਭਾਵਨਾ ਨਿਮਰਤਾ ਇੰਨੀ ਹੈ ਕਿ ਉਹ ਗੁਰੂ ਮਹਾਰਾਜ ਦੇ ਪੈਰੀਂ ਪੈ ਕੇ ਆਪਣੇ ਆਪ ਨੂੰ ਕੀ ਮੰਨਦੇ ਹਨ ਕਿ ਮੈਂ ਡਸਟ ਹਾਂ, ਮੈਂ ਉਹਨਾਂ ਦੀ ਚਰਨ ਦੀ ਧੂੜੀ ਹਾਂ। ਪਾ ਖਾਕ ਹੋਏ, ਸੰਗਤ ਵਿੱਚ ਸੇਵਾ ਕਰਨ, ਸੰਗਤ ਵਿੱਚ ਆਪਣੇ ਆਪ ਨੂੰ ਧੂੜੀ ਮੰਨਦੇ ਹਨ ਵੀ ਮੈਂ ਧੂੜ ਹਾਂ ਇਹ ਸੰਗਤ ਦੀ। ਉਹ ਹਮੇਸ਼ਾ ਹੀ ਸੰਗਤ ਨੂੰ ਆਪਣੇ ਆਪ ਤੋਂ ਨੀਵਾਂ ਨਹੀਂ ਕਿਤੇ ਵੀ ਮੰਨਦੇ, ਉਹ ਸੰਗਤ ਨੂੰ ਗੁਰੂ ਰੂਪ ਜਾਣ ਕੇ ਉਹਨਾਂ ਦੀ ਪਾ ਖਾਕ ਹੋ ਕੇ ਰਹਿੰਦੇ ਹਨ। ਇਹ ਸਿੱਖਾਂ ਦਾ ਜੀਵਨ ਹੈ। ਦੇਖੋ ਅੱਜ ਕੱਲ੍ਹ ਜਿਹੜੇ ਹਨ ਐਸੇ ਜਿਹੜੇ ਦੌਰ ਤੁਰ ਪਏ, ਹਰ ਇੱਕ ਬੰਦਾ, ਹਰ ਇੱਕ ਰਾਗੀ, ਹਰ ਇੱਕ ਪ੍ਰਚਾਰਕ ਆਪਣੇ ਆਪ ਨੂੰ ਬਹੁਤ ਵੱਡਾ ਮੰਨਦੇ ਹਨ। ਆਪਣੇ ਆਪ ਨੂੰ ਜਿਹੜਾ ਹੈ ਕੁਝ ਮੰਨਦੇ ਹਨ ਵੀ ਲੋਕ ਮੇਰਾ ਫੋਟੋ ਦੇਖਣ, ਪੋਸਟਰਾਂ 'ਤੇ ਆਪਣੀ ਫੋਟੋ ਛਪਾਈ ਜਾਂਦੇ ਨੇ ਤੇ ਦਿਖਾਈ ਜਾਂਦੇ ਨੇ ਵੀ ਮੈਂ ਹੀ ਆ ਜੀ, ਮੈਂ ਕਰਾਂਗਾ ਪ੍ਰੋਗਰਾਮ, ਤੁਸੀਂ ਆਇਓ ਮੇਰਾ ਸੁਣਿਓ। ਦੇਖੋ ਹੁਣ ਤੇਰਾ ਸੁਣਨਾ ਕਿ ਗੁਰੂ ਦੀ ਬਾਣੀ ਸੁਣਨੀ।
ਸੁਣਨੀ ਹੈ। ਜੇ ਗੁਰੂ ਦੇ ਨਾਲ ਸਰਬੰਧ ਆ ਫਿਰ ਕੀ ਫਰਕ ਪੈਂਦਾ, ਚਾਹੇ ਤੂੰ ਕਰ ਚਾਹੇ ਹੋਰ ਕੋਈ ਕਰ ਲਵੇ। ਸੋ ਪਰ ਇਹ ਫਰਕ ਉਹ ਪਾਉਂਦੇ ਹਨ ਆਪਣੇ ਆਪ ਵਾਸਤੇ। ਦੇਖੋ ਇਹ ਤਾਂ ਨਾ ਸਿੱਖੀ ਹੋਈ, ਸਿੱਖੀ ਤਾਂ ਆਪਣੇ ਆਪ ਨੂੰ ਖਤਮ ਕਰਨ ਵਾਲੀ ਹੈ, ਆਪਣੇ ਹੋਂਦ ਨੂੰ ਖਤਮ ਕਰਨਾ ਹੈ ਤੇ ਗੁਰੂ ਨੂੰ ਪ੍ਰਗਟ ਕਰਨਾ ਹੈ। ਇਸ ਕਰਕੇ ਕਹਿੰਦੇ ਵੀ ਇਹ ਜਿਹੜਾ ਪਾਖਾਕ ਹੋਣਾ ਬਹੁਤ ਵੱਡੀ ਗੱਲ ਹੈ ਕਿ ਨਿਮਰਤਾ ਵਿੱਚ ਰਹਿਣਾ ਹੈ। ਦਰਗਹਿ ਪਾਵੈ ਮਾਨ ਨਿਮਾਣਾ। ਦੇਖੋ ਦਰਗਾਹ ਦੇ ਵਿੱਚ ਜਾ ਕੇ ਨਿਮਾਣੇ ਨੂੰ ਹੀ ਮਾਣ ਮਿਲਦਾ ਹੈ, ਨਿਮਾਣੇ ਨੂੰ ਹੀ ਮਾਣ ਦਿੱਤਾ ਜਾਂਦਾ ਹੈ। ਜਿਹੜਾ ਨਿਮਾਣਾ ਹੋਵੇ, ਜਿਹੜਾ ਪਹਿਲਾਂ ਹੀ ਇੱਥੇ ਹੰਕਾਰੀ ਹੋਵੇ, ਉਹਨੂੰ ਕੀ ਮਾਣ ਮਿਲਣਾ ਹੈ। ਪਰ ਗੁਰਮੁਖ ਵਾਸਤੇ ਦੇਖੋ ਉਹ ਨਿਮਾਣੇ ਹੁੰਦੇ ਨੇ, ਤੇ ਜਿਹੜਾ ਨਿਮਾਣਾ ਹੋਏ ਦਰਗਾਹ ਵਿੱਚ ਉਹਨੂੰ ਮਾਣ ਮਿਲਦਾ ਜਾ ਕੇ। ਉਹਨੂੰ ਫੇਰ ਜਿਹੜਾ ਹੈ ਧਰਮਰਾਜ ਵੀ ਸਤਿਕਾਰ ਕਰਦਾ ਉਸਦਾ। ਇਹ ਨਹੀਂ ਹੁੰਦਾ ਵੀ ਜਿਹੜਾ ਗੁਰੂ ਦੇ ਬਰਾਬਰ, ਗੁਰੂ ਮਹਾਰਾਜ ਦੇ ਜਿਹੜੇ ਹਨ ਗੁਰਸਿੱਖ, ਉਹਨਾਂ ਦੇ ਬਰਾਬਰ ਹੋ ਕੇ ਬਹਿ ਜਾਣਾ ਕਿ ਮੈਂ ਵੀ ਉਹਨਾਂ ਵਰਗਾ ਹੀ ਹਾਂ ਜੀ, ਮੈਂ ਇਹਨਾਂ ਵਰਗਾ। ਐਸਾ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ। ਪਾਖਾਕ ਹੋ ਕੇ ਜੂਣਾ ਚਾਹੀਦਾ ਹੈ, ਕਿਉਂਕਿ ਨਿਮਾਣੇ ਨੂੰ ਹੀ ਮਾਣ ਮਿਲਦਾ ਹੈ ਤੇ ਸਿੱਖ ਦਾ ਮਾਣ ਗੁਰੂ ਹੈ। ਉਹ ਆਪਣੇ ਆਪ 'ਚ ਸਿੱਖ ਨਿਮਾਣਾ ਹੈ ਪਰ ਉਸਦਾ ਮਾਣ ਗੁਰੂ ਹੈ। ਸੋ ਇਸੇ ਤਰ੍ਹਾਂ ਹੀ ਜਿਹੜਾ ਹਨ ਸਿੱਖ ਦਾ ਜਿਹੜਾ ਜੀਵਨ ਬਹੁਤ ਹੀ ਸੁੰਦਰ ਹੈ। ਵਰਤਮਾਨ ਵਿੱਚ ਵਰਤਦਾ। ਦੇਖੋ ਭਾਵੇਂ ਵਰਤਮਾਨ ਪ੍ਰੈਜ਼ੈਂਟ ਸਮੇਂ ਦੇ ਵਿੱਚ ਉਹ ਵਰਤਦਾ ਹੈ, ਅੱਜ ਦੇ ਸਮੇਂ 'ਚ ਭਾਵੇਂ ਵਰਤਦਾ ਹੈ, ਆਪਣੇ ਕਰਮ ਵੀ ਭੁਗਤ ਰਿਹਾ ਹੈ, ਜੋ ਕੁਝ ਹੁੰਦਾ ਹੈ ਦੁੱਖ ਸੁੱਖ ਉਹਨੂੰ ਸਹਿੰਦਾ ਵੀ ਹੈ, ਉਹ ਵਰਤਦਾ ਹੈ ਖੁਸ਼ੀ ਨਾਲ ਵੀ। ਇਹ ਗੁਰੂ ਦਾ ਹੁਕਮ ਹੈ। ਹੋਵਨਹਾਰ ਸੋਈ ਪਰਵਾਣਾ। ਦੇਖੋ ਜੋ ਹੋਵਨਹਾਰ, ਜੋ ਹੁੰਦਾ ਹੈ, ਹੋਣਾ ਹੈ, ਜੋ ਹੋ ਰਿਹਾ ਹੈ, ਉਹਦੇ ਵਿੱਚ ਉਹ ਖੁਸ਼ ਰਹਿੰਦਾ ਹੈ। ਉਹੀ ਉਹਨੂੰ ਪਰਵਾਣਾ, ਕੰਪਲੇਨ ਨਹੀਂ ਕਰਦਾ ਵੀ ਇਸ ਤਰ੍ਹਾਂ ਨਹੀਂ ਹੋਇਆ, ਐਸੇ ਹੋਣਾ ਚਾਹੀਦਾ ਸੀ, ਇਸ ਤਰ੍ਹਾਂ ਕਿਉਂ ਨਹੀਂ ਹੋਇਆ, ਇਸ ਤਰ੍ਹਾਂ ਹੋ ਗਿਆ, ਇਹ ਕਿਵੇਂ ਹੋ ਗਿਆ। ਉਹ ਇਹ ਗੱਲਾਂ ਨਹੀਂ ਕਰਦਾ, ਉਹ ਪ੍ਰਵਾਨ ਕਰਦਾ ਹੈ ਵੀ ਜੋ ਪਰਮਾਤਮਾ ਨੇ ਕੀਤਾ ਸੋ ਚੰਗਾ ਹੀ ਕੀਤਾ। ਕਾਰਨ ਕਰਤਾ ਜੋ ਕਰੈ। ਜੋ ਦੇਖੋ ਕਾਰਨ ਕਰਤਾ, ਜੋ ਕਾਰਨਾਂ ਨੂੰ ਬਣਾਉਣ ਵਾਲਾ, ਜੋ ਇਹ ਪਰਮੇਸ਼ਰ, ਜੋ ਇਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜੋ ਵੀ ਉਹ ਕਰਦਾ ਹੈ ਉਹਨੂੰ ਹੀ ਮੰਨਦਾ ਹੈ। ਸਿਰ ਧਰ ਮਨ ਕਰੈ ਸੁਕਰਾਣਾ। ਦੇਖੋ ਉਹਨੂੰ ਸਿਰ ਧਰ ਕੇ ਮੰਨਦਾ ਹੈ ਵੀ ਜੋ ਕਰਦਾ ਪਰਮਾਤਮਾ ਹੀ ਕਰਦਾ। ਦੇਖੋ ਨਾ ਆਪਾਂ ਦੁਖੀ ਉਦੋਂ ਹੁੰਦੇ ਹਾਂ ਜਦੋਂ ਆਪਾਂ ਕਹਿੰਦੇ ਇਹ ਆਦਮੀ, ਇਹ ਜੀਵ ਮੇਰੇ ਨਾਲ ਇਹ ਕਰਦਾ ਹੈ, ਉਹਨੇ ਮੇਰੇ ਨਾਲ ਇਹ ਕੀਤਾ, ਉਹਨੇ ਮੇਰੇ ਨਾਲ ਇਹ ਕੀਤਾ, ਇਹ ਬੰਦਾ ਚੰਗਾ, ਇਹਨੇ ਮੇਰਾ ਭਲਾ ਕੀਤਾ। ਆਪਾਂ ਦੇਖੋ ਆਪਣੇ ਮਨ ਨੂੰ ਕਿੰਨਾ ਖੰਡਾ ਰਹੇ ਹਾਂ। ਜੇ ਇੱਕ ਗੱਲ ਤੇ ਖੜ ਜਾਈਏ ਗੁਰੂ ਦੀ ਮੱਤ ਲੈ ਕੇ ਵੀ ਪਰਮਾਤਮਾ ਹੀ ਕਰਾਉਂਦਾ ਹੈ, ਜੋ ਪਰਮਾਤਮਾ ਜੇ ਕਰਦਾ ਹੈ ਉਸੇ ਨੇ ਕੀਤਾ ਹੈ। ਜੋ ਆਪਾਂ ਨੂੰ ਠੀਕ ਲੱਗਦਾ ਨਹੀਂ ਠੀਕ ਲੱਗਦਾ ਉਹ ਵੱਖਰੀ ਗੱਲ ਹੈ, ਪਰ ਕਰਨ ਵਾਲਾ ਇੱਕ ਪਰਮਾਤਮਾ ਹੀ ਹੈ ਜੋ ਸਾਰਿਆਂ ਦੇ ਵਿੱਚ ਅੰਦਰ ਵਰਤ ਕੇ ਕਰਦਾ ਹੈ। ਇਸ ਕਰਕੇ ਕਹਿੰਦੇ ਜੋ ਗੁਰਮੁਖ ਹੁੰਦੇ ਨੇ ਉਹ ਜਿਹੜੇ ਹਨ ਸਿਰ ਧਰ ਮਨ ਕਰੇ ਸ਼ੁਕਰਾਨਾ। ਉਹ ਸਿਰ ਧਰ ਕੇ ਉਹਦਾ ਸ਼ੁਕਰਾਨਾ ਹੀ ਕਰਦੇ ਨੇ ਪਰਮਾਤਮਾ ਦਾ। ਉਹ ਗੱਲਾਂ 'ਚ ਨਹੀਂ ਪੈਂਦੇ ਕਿ ਇਹ ਹੋ ਗਿਆ ਜੀ, ਉਹ ਗਿਆ ਮਹਾਰਾਜ ਇਹ ਕਰਦੇ, ਉਹ ਕਰ ਨਹੀਂ। ਸ਼ੁਕਰਾਨੇ ਵਿੱਚ ਹੀ ਹੈ, ਜੋ ਮਹਾਰਾਜ ਤੁਸੀਂ ਕੀਤਾ ਉਹਦਾ ਹੀ ਸ਼ੁਕਰਾਨਾ ਹੈ। ਤੇ ਇੰਨੀ ਗੱਲ ਜ਼ਰੂਰ ਹੈ, ਸਾਡੇ ਤੇ ਤਾਕਤ ਬਖਸ਼ ਦਿਓ ਕਿ ਅਸੀਂ ਹੁਕਮ ਨੂੰ ਮੰਨ ਲਈਏ। ਰਾਜੀ ਹੋਏ ਰਜਾਏ ਵਿੱਚ। ਦੇਖੋ ਹਮੇਸ਼ਾ ਰਾਜੀ ਰਹਿੰਦੇ ਨੇ, ਖੁਸ਼ ਰਹਿੰਦੇ ਹਨ ਪਰਮਾਤਮਾ ਦੀ ਰਜਾ ਦੇ ਵਿੱਚ। ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਸਦੇ ਵਿੱਚ ਉਹ ਖੁਸ਼ੀ ਰਹਿੰਦੇ ਹਨ। ਦੁਨੀਆ ਅੰਦਰ ਜਿਉ ਮਹਿਮਾਨਾ। ਦੇਖੋ ਉਹ ਆਪਣੇ ਆਪ ਨੂੰ ਗੁਰਮੁਖ ਲੋਕ ਜਿਹੜੇ ਨੇ ਉਹ ਕੀ ਜਾਣਦੇ ਨੇ, ਕਹਿੰਦੇ ਅਸੀਂ ਦੁਨੀਆ ਤੇ ਮਹਿਮਾਨ ਹਾਂ, 4 ਦਿਨ ਸਾਡੀ ਜ਼ਿੰਦਗੀ ਹੈ, ਅਸੀਂ ਤੇ ਆਏ ਹਾਂ ਕੋਈ ਜਿਹੜਾ ਹਨ ਟੂਰਿਸਟ ਵਾਂਗੋਂ, ਵਿਜ਼ਿਟਰ ਵਾਂਗੋਂ, ਅਸੀਂ ਇੱਥੇ ਪ੍ਰਾਹੁਣਿਆਂ ਵਾਂਗੋਂ ਆਏ ਤੇ ਚਲੇ ਜਾਣਾ ਹੈ। ਇਹ ਕਿਹੜੇ ਹਮੇਸ਼ਾ ਅਸੀਂ ਇੱਥੇ ਰਹਿਣਾ ਹੈ। ਵਿਸਮਾਦੀ ਵਿਸਮਾਦ ਵਿੱਚ। ਦੇਖੋ ਵਿਸਮਾਦੀ ਹੋ ਕੇ ਉਹ ਜਿਹੜਾ ਅਚਲਜ ਰੂਪ ਪਰਮਾਤਮਾ ਜਿਹੜਾ ਹੈ, ਹੈਰਾਨ ਕਰਨ ਵਾਲਾ ਸਰੂਪ, ਉਹਦੇ ਵਿੱਚ ਹੀ ਆਪਣੀ ਬ੍ਰਿਤੀ ਨੂੰ ਵਿਸਮਾਦ ਕਰਕੇ ਹੀ ਰਹਿੰਦੇ ਹਨ। ਕੁਦਰਤ ਕਾਦਰ ਨੋ ਕੁਰਬਾਨਾ। ਦੇਖੋ ਹਮੇਸ਼ਾ ਕੁਦਰਤ ਜਿਹੜੀ ਨੇਚਰ ਹੈ, ਉਹ ਕਾਦਰ ਜੋ ਇਸ ਦਾ ਮਾਲਕ ਹੈ, ਇਹ ਕੁਦਰਤ ਦਾ, ਇਹ ਕੁਦਰਤ ਨੂੰ ਬਣਾਉਣ ਵਾਲਾ ਜੋ ਪਰਮੇਸ਼ਰ ਹੈ, ਕਹਿੰਦੇ ਉਸੇ ਨੂੰ ਹੀ ਕੁਰਬਾਨ ਹੁੰਦੇ ਹਨ। ਹਮੇਸ਼ਾ ਉਹਦੇ ਤੇ ਕੁਰਬਾਨ ਹੁੰਦੇ ਨੇ ਤੇ ਕੁਦਰਤ ਦੀ ਸੁੰਦਰਤਾ ਵੀ ਉਹਦੇ ਤੋਂ ਹੀ ਕੁਰਬਾਨ ਕਰਦੇ। ਇਹ ਪਰਮਾਤਮਾ ਇਹ ਤੇਰਾ ਹੀ ਸਭ ਕੁਝ ਬਣਾਇਆ ਹੋਇਆ ਹੈ। ਲੇਪ ਅਲੇਪ ਸਦਾ ਨਿਰਬਾਣਾ। ਦੇਖੋ ਲੇਪ ਤੇ ਅਲੇਪ, ਲੇਪ ਹੁੰਦਾ ਹੈ ਜਿਹੜਾ ਕਿ ਕੁਦਰਤ ਦਾ ਜਿਹੜਾ ਲੇਪ ਹੈ। ਅਲੇਪਤਾ ਜਿਹੜੀ ਹੈ ਵੀ ਉਹਦੇ ਤੋਂ ਵਿਛੜ ਕੇ ਰਹਿਣਾ। ਇੱਕ ਤਾਂ ਵੀ ਕੁਦਰਤ ਦੇ ਅੰਦਰ ਰਹਿਣਾ ਤੇ ਇੱਕ ਕੁਦਰਤ ਤੋਂ ਉੱਤੇ ਉੱਠ ਕੇ ਰਹਿਣਾ। ਇੱਕ ਉਹ ਜਿਹੜਾ ਸਰੀਰ ਕਰਕੇ ਕੁਦਰਤ ਦੇ ਵਿੱਚ ਰਹਿਣਾ, ਮਤਲਬ ਕਿ 5 ਭੂਤਕ ਸਰੀਰ ਹੈ, ਇਹ ਵੀ ਕੁਦਰਤ ਹੈ। ਇਹਦੇ ਵਿੱਚ ਰਹਿੰਦਿਆਂ ਹੋਇਆਂ ਉਹ ਅਲੇਪ ਪਰਮਾਤਮਾ ਦੇ ਨਾਲ ਜੁੜੇ ਰਹਿਣਾ, ਹਮੇਸ਼ਾ ਉਸ ਦੇ ਨਾਲ ਆਪਣੀ ਜਿਹੜਾ ਹਨ ਜੁੜੇ ਰਹਿਣਾ। ਤੇ ਇਹ ਜਿਹੜਾ ਹਨ ਅਲੇਪ ਤੋਂ ਅਲੇਪ ਰੂਪ ਪਰਮਾਤਮਾ ਆਤਮਾ ਸਰੂਪ ਕਰਕੇ ਜੋ ਅੰਦਰ ਵਸਦਾ ਹੈ, ਉਹਦੇ ਵਿੱਚ ਆਪਣਾ ਧਿਆਨ ਜੋੜ ਕੇ ਰੱਖਣਾ ਤੇ ਸਦਾ ਜਿਹੜਾ ਹਨ ਨਿਰਬਾਨਾ। ਉਹ ਸਰੂਪ ਦੇ ਵਿੱਚ ਕਿਤੇ ਦੁੱਖ ਨਹੀਂ ਹੁੰਦਾ, ਉਹ ਨਿਰਬਾਨ ਹੈ। ਉਹਦੇ ਵਿੱਚ ਕਦੇ ਵੀ ਦੁੱਖ ਦਾ ਕੋਈ ਅਹਿਸਾਸ ਨਹੀਂ ਹੁੰਦਾ ਕਿਉਂਕਿ ਆਤਮਾ ਸਰੂਪ ਹੈ। ਸੋ ਇਹ ਆਤਮਾ ਸਰੂਪ ਵਿੱਚ ਹੀ ਮਿਲ ਕੇ ਰਹਿਣਾ, ਇਹੀ ਗੁਰਮੁਖ ਦਾ ਜੀਵਨ ਹੈ। ਸੋ ਦੇਖੋ ਕਿੰਨਾ ਸੁੰਦਰ ਭਾਈ ਗੁਰਦਾਸ ਨੇ
ਬੜੇ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਨੂੰ ਐਡਾ ਵੱਡਾ ਉਪਦੇਸ਼ ਦਿੱਤਾ ਵੀ ਗੁਰਮੁਖ ਦਾ ਜਿਹੜਾ ਜੀਵਨ ਹੈ ਉਹ ਕੈਸਾ ਹੈ, ਕਿੰਨਾ ਚੰਗਾ ਹੈ, ਕਿੰਨਾ ਸੁਖ ਵਾਲਾ ਹੈ। ਵਿਸਮਾਦੀ ਵਿਸਮਾਦ ਵਿੱਚ ਕੁਦਰਤ ਕਾਦਰ ਰਣੋ ਕੁਰਬਾਨਾ, ਲੇਪ ਅਲੇਪ ਸਦਾ ਨਿਰਬਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।